बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को आपके अपने चैनल फार्मिंग एंड बिजनेस आइडियाज़ में एक नई वीडियो के साथ खुश आमदीद। दोस्तों, इस वक्त मैं मौजूद हूँ ज़ाहद साहब के एक छोटे से डेयरी फार्म पर। ये फार्म तो छोटा है लेकिन सफाई और इसका जो इंतज़ाम है उसके हवाले से काफ़ी अच्छा है। इनके पास 15-16 भैंसें हैं माशाल्लाह, काफ़ी खूबसूरत अच्छे जानवर हैं। तो आज की ये वीडियो डेयरी फार्मिंग के हवाले से है। इस वीडियो में हम कोशिश करेंगे कि इनसे पूछा जाए जानवर कहाँ से खरीदते हैं, किन बातों को मद्देनजर रखते हैं, इसके अलावा इनको क्या खिलाते पिलाते हैं, बीमारियों के हवाले से इनका क्या इलाज करते हैं, इनका कितना खर्चा आ जाता है और इनको कितना प्रॉफिट होता है। तो ज़ाहद साहब का इंटरव्यू शुरू करने से पहले मैं आपको इनका जो फार्म है उसका जो ओवरऑल व्यू है वो इंटरव्यू के दौरान ही दिखाऊंगा ताकि आपका वक्त जाया ना हो। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। सर की हाल है? ठीक ठाक। अच्छा सर, अपना नाम ते दस्सियो। मेरा नाम मोहम्मद सईद। अच्छा सर, ਤੁਹਾਡਾ? अच्छा भाईजान, किन्ने जानवर ने ਤੁਹਾਡੇ ਕੋਲ? 15-16। ਜ਼ਬਰਦਸਤ। 15-16 ਮੱਝਾਂ ਹੀ ਨੇ? ਹਾਂਜੀ। ਅੱਛਾ ਸਰ, ਕਿਹੜੀ ਨਸਲ ਦੀਆਂ ਮੱਝਾਂ ਜੇ? ਇਹ ਜੇ ਬੂਰੇ ਵਿਹਾੜੀਆਂ ਸਾਰੀਆਂ ਆਈਆਂ। ਸਾਰੀਆਂ? ਹਾਂਜੀ। ਅੱਛਾ ਠੀਕ ਹੈ। ਤੇ ਇਹ ਸਰ ਦੱਸੋ ਕਿ ਤੁਸੀਂ ਉੱਥੋਂ ਮੰਡੀ 'ਚੋਂ ਖਰੀਦੀਆਂ ਹਨ ਕਿ ਇੱਥੋਂ ਕਿਸੇ ਇਲਾਕੇ 'ਚ ਫਿਰ ਕੇ ਉੱਥੇ ਪਿੰਡਾਂ 'ਚ ਜਾ ਕੇ ਖਰੀਦੀਆਂ ਹਨ? ਨਹੀਂ, ਪਿੰਡਾਂ 'ਚ ਜਾ ਕੇ। ਅੱਛਾ ਸਰ, ਸਾਡੇ ਨਾਜ਼ਰੀਨ ਨੂੰ ਇਹ ਦੱਸੋ ਕਿ ਜਦੋਂ ਤੁਸੀਂ ਮੱਝ ਖਰੀਦਦੇ ਹੋ ਕਿਹੜੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋ ਫਿਰ ਮੱਝ ਲੈਂਦੇ ਹੋ? ਪਹਿਲੀ ਗੱਲ ਇਹ ਹੀ ਮੱਦੇਨਜ਼ਰ ਰੱਖਦੇ ਆ ਕਿ ਮੱਝ ਦਾ ਸੂਆ ਕਿਹੜਾ ਹੈ। ਜ਼ਬਰਦਸਤ। ਦੂਸਰਾ ਉਹਦੀ ਦੁੱਧ ਦੀ ਕਿੰਨੀ ਕਿ ਕਸਾਫਤ ਜੀ ਜੀ, ਤੇ ਉਹ ਸਿਹਤਮੰਦ ਹੈ ਕਿ ਨਹੀਂ, ਤੇ ਸਾਡੇ ਕੋਲ ਕਿੰਨਾ ਕੁ ਚਿਰ ਕਾਰਾਮਦ ਰਹਿ ਸਕਦੀ ਹੈ। ਕਿਆ ਬਾਤ ਹੈ। ਇਹ ਸਰ ਤੁਸੀਂ ਇਹ ਬੜੀ ਮਜ਼ੇ ਵਾਲੀ ਗੱਲ ਕੀਤੀ ਹੈ ਕਿ ਅਸੀਂ ਸੂਆ ਵੇਖਨੇ ਆ। ਤੁਸੀਂ ਕਿਹੜੇ ਸੂਏ ਵਾਲੀ ਮੱਝ ਲੈਂਦੇ ਹੋ? ਪਹਿਲੇ ਵਾਲੀ, ਦੂਸਰੇ ਵਾਲੀ, ਤੀਸਰੇ ਵਾਲੀ? ਦੂਸਰੇ ਵਾਲੀ ਜਾਂ ਤੀਸਰੇ ਵਾਲੀ। ਅੱਛਾ, ਉਸ ਤੋਂ ਅੱਗੇ ਨਹੀਂ ਲੈਂਦੇ ਤੁਸੀਂ? ਇੱਕ ਮੱਝ ਕਿੰਨੇ ਸੂਏ ਸਿੱਧਾ ਦੁੱਧ ਦੇ ਸਕਦੀ ਹੈ? ਇੱਕ ਮੱਝ ਪੰਜ ਨਾਰਮਲ ਆਰਾਮ ਨਾਲ ਸੂਏ ਤੋਂ ਦੁੱਧ ਦਿੰਦੀ। ਅੱਛਾ, 5 ਸੂਏ ਤੋਂ ਬਾਅਦ ਉਹਨਾਂ ਦੀ ਦੁੱਧ ਦੀ ਪੈਦਾਵਾਰ ਘੱਟ ਹੋ ਜਾਂਦੀ ਕਿ ਬਿਲਕੁਲ ਘੱਟ ਹੋ ਜਾਂਦੀ? ਬਿਲਕੁਲ ਘੱਟ ਹੋ ਜਾਂਦੀ। ਠੀਕ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਇਹ ਜਿਹੜੇ ਤੁਹਾਡੇ ਜਾਨਵਰ ਨੇ 15-16 ਇਹਨਾਂ ਚੋਂ ਕਿੰਨੀਆਂ ਮੱਝਾਂ ਦੁੱਧ ਦਿੰਦੀਆਂ ਜੇ? ਇਹ ਤਕਰੀਬਨ ਸਾਰੀਆਂ ਹੀ ਦੁੱਧ ਦੇ ਰਹੀਆਂ। ਮਾਸ਼ਾਅੱਲਾ, ਜ਼ਬਰਦਸਤ। ਤੇ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ ਤੁਹਾਡਾ? ਇਹ ਹੋ ਜਾਂਦਾ ਜੇ 2.5 ਮਣ ਹੋ ਜਾਂਦਾ। ਇਹ 2 ਟਾਈਮਾਂ ਦਾ? ਇੱਕ ਟਾਈਮ ਦਾ? 2 ਟਾਈਮ। ਜ਼ਬਰਦਸਤ, 2.5 ਮਣ ਹੋ ਜਾਂਦਾ। ਅੱਛਾ ਸਰ, ਇਹ ਦੱਸੋ ਕਿ ਤੁਹਾਡੀ ਜਿਹੜੀ ਚੰਗੀ ਤੋਂ ਚੰਗੀ ਮੱਝ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਦੁੱਧ ਦਿੰਦੀ ਹੈ ਡੇਲੀ ਦਾ? ਉਹ ਦਿੰਦੀ ਜੇ ਕੋਈ 13 ਕਿਲੋ। ਅੱਛਾ। ਹਾਂਜੀ। ਇਹ 2 ਟਾਈਮ ਦਾ? ਹਾਂਜੀ। ਇਹ 13 ਕਿਲੋ ਮੈਕਸਿਮਮ? ਕੁਛ ਲੋਕ ਕਹਿੰਦੇ ਨੇ ਹੀ ਇੱਕ ਦੋ ਜਗ੍ਹਾ ਤੇ ਇੰਟਰਵਿਊ ਕੀਤਾ, ਸਾਡੀਆਂ ਮੱਝਾਂ 20-25 ਕਿਲੋ ਦੁੱਧ ਵੀ ਦਿੰਦੀਆਂ ਨੇ। ਇਹ ਦੀ ਗੱਲ ਵਿੱਚ ਕੋਈ ਸਦਾਕਤ ਹੈ ਕਿ ਬਸ ਐਵੇਂ ਕਹਿ ਹਟਦੇ ਨੇ ਕਿ 20-25 ਕਿਲੋ ਦਿੰਦੀਆਂ ਨੇ? ਦਿੰਦੀਆਂ ਨੇ। ਉਹ ਕਿਹੜੀ? ਉਹ ਮੱਝਾਂ ਦੀ ਆਪਣੀ ਸੇਵਾ ਦੇਵੇ ਕਿ ਜਿੰਨੀ ਕੋਈ ਕਿਸੇ ਸੇਵਾ ਕਰ ਲੇ। ਅੱਛਾ। ਬੜੀ ਅੱਛੀ ਮੱਝ ਵੀ ਜ਼ਬਰਦਸਤ। ਨੀਲੀ ਬਾਰ ਦੀਆਂ ਮੱਝਾਂ ਜਿਹੜੀਆਂ ਨਾ ਉਹ। ਅੱਛਾ। ਅੱਛਾ ਸਰ, ਇਹ ਦੱਸੋ ਕਿ ਜਿਹੜੀ 13-14 ਕਿਲੋ ਮੱਝ ਇੱਕ ਦੁੱਧ ਦਿੰਦੀ ਏ ਅਦੀ ਅੱਜ ਕੱਲ੍ਹ ਕਿੰਨੀ ਕੁ ਕੀਮਤ ਹੈ ਉਹਦੀ? ਜੀ 3 ਲੱਖ ਦੇ ਲਗਭਗ, 290, 3 ਲੱਖ 10 ਹਜ਼ਾਰ। ਠੀਕ ਹੈ। ਅੱਛਾ ਸਰ, ਇਹ ਦੱਸੋ ਕਿ ਇਹ ਜਿਹੜੇ ਤੁਸੀਂ ਰੱਖੇ ਨੇ 15-16 ਜਾਨਵਰ, ਇਹਨਾਂ ਵਾਸਤੇ ਮਾਸ਼ਾਅੱਲਾ ਤੁਹਾਡੇ ਇੱਕ ਸ਼ੈੱਡ ਹੈ ਜਿੱਥੇ ਅਸੀਂ ਇੰਟਰਵਿਊ ਕਰਨੇ ਆ, ਇੱਕ ਨਾਲ ਦੂਸਰੀ ਸਾਈਡ ਤੇ ਵੀ ਹੈ। ਇਹ ਤੁਹਾਡਾ ਟੋਟਲ ਫਾਰਮ ਦਾ ਰਕਬਾ ਕਿੰਨਾ ਹੈ ਪਹਿਲੇ ਇਹ ਦੱਸਿਓ? ਇਹ ਲਗਭਗ ਅੱਗੇ ਜ਼ੇਰੇ ਤਮੀਰ। ਉਹ ਜ਼ੇਰੇ ਤਮੀਰ ਨੂੰ ਛੱਡ ਦੋ, ਜਿਹੜਾ ਤੁਸੀਂ ਤਮੀਰ ਕੀਤਾ ਹੈ ਪੂਰਾ ਦੱਸੋ। ਕਨਾਲ ਦੇ ਕਨਾਲ ਤੇ ਆ ਜਿਹੜੇ ਸ਼ੈੱਡ ਨੇ ਤੁਹਾਡੇ 2 ਇਹ ਕਿੰਨੇ ਰਕਬੇ 'ਚ ਹੁੰਦੇ? ਇਹ ਹੋਣਗੇ 10 ਮਰਲੇ। ਅੱਛਾ, ਦਾ ਮਤਲਬ ਹੈ ਕਿ 10 ਮਰਲੇ ਛੱਤੇ ਹੈ ਤੇ 10 ਮਰਲੇ ਜਿਹੜਾ ਓਪਨ ਹੀ ਹੈ ਲੈ। ਅੱਛਾ ਸਰ, ਇਹ ਦੱਸੋ ਕਿ ਇਹ ਜਿਹੜਾ ਤੁਹਾਡਾ 10 ਮਰਲੇ ਦਾ ਸ਼ੈੱਡ ਇਹਦੇ ਵਿੱਚ ਕਿੰਨੇ ਜਾਨਵਰ ਆ ਸਕਦੇ ਨੇ? ਇਹਦੇ 'ਚ ਤਕਰੀਬਨ ਆ ਜਾਂਦੇ ਨੇ 30-35 ਜਾਨਵਰ ਈਜ਼ੀਲੀ ਆ ਸਕਦੇ ਨੇ। ਜ਼ਬਰਦਸਤ ਹੋ ਗਿਆ। ਅੱਛਾ ਸਰ, ਇਹ ਦੱਸੋ ਦੇ ਕਿ ਤੁਹਾਡੀ ਇਹ ਸ਼ੈੱਡ ਤੇ ਕਿੰਨੀ ਕੀਮਤ ਆ ਗਈ ਸੀ? ਇਹ ਸਾਡੀ ਕੀਮਤ ਉਦੋਂ ਤੇ ਐਡੀ ਮਹਿੰਗਾਈ ਨਹੀਂ ਸੀ ਜੀ ਜੀ, ਤੇ ਨਾਰਮਲ 15-16 ਲੱਖ ਰੁਪਇਆ ਸਾਡਾ ਉਦੋਂ ਲੱਗ ਗਿਆ। ਠੀਕ ਹੋ ਗਿਆ। ਇਹ ਕਿਹੜੇ ਸਾਲ 'ਚ ਬਣਾਇਆ ਸੀ ਤੁਸੀਂ? ਇਹ 2004 'ਚ। ਠੀਕ ਹੋ ਗਿਆ। ਅੱਛਾ ਸਰ, ਅਸੀਂ ਇਸ ਤੋਂ ਪਹਿਲੇ ਵੀ ਕਾਫੀ ਜ਼ਿਆਦਾ ਵੀਡੀਓ ਬਣਾਈਆਂ ਨੇ ਡੇਅਰੀ ਫਾਰਮਾਂ ਤੇ। ਉਹ ਜ਼ਿਆਦਾ ਵੇਖੀਦਾ ਕਿ ਉਹਨਾਂ ਦੇ ਜਿਹੜੇ ਸ਼ੈੱਡ ਨੇ
ਉਹ ਸੀਮੈਂਟ ਵਾਲੀਆਂ ਸਲੈਬਾਂ ਹੁੰਦੀਆਂ ਨੇ ਜਾਂ ਉਹ ਕੱਚੇ ਹੁੰਦੇ ਨੇ ਕਿ ਗਾਡਰ TR ਤੇ ਉਹਨਾਂ ਸਿਰਕੀ ਦਾ ਇਸਤੇਮਾਲ ਕੀਤਾ ਹੁੰਦਾ ਹੈ। ਹਾਂਜੀ। ਤੇ ਤੁਹਾਡਾ ਜਿਹੜਾ ਛੱਤ ਹੈ ਤੇ ਉਹ ਵੇ ਪੱਕਾ ਛੱਤ ਹੈ, ਲੈਂਟਰ ਵਾਲਾ ਹੈ, ਔਰ ਨਾਲ ਜਿਹੜਾ ਦੂਸਰਾ ਉਹ ਸੀਮੈਂਟ ਦੀਆਂ ਸਲੈਬਾਂ ਨੇ। ਇਹ ਤੁਸੀਂ ਕੀ ਮੱਦੇਨਜ਼ਰ ਰੱਖ ਕੇ ਇੱਕ ਤੁਹਾਡਾ ਹੈ ਵੇ ਲੈਂਟਰ ਵਾਲੀ ਛੱਤ ਤੇ ਦੂਸਰੀ ਉਹ ਸੀਮੈਂਟ ਵਾਲੀ ਹੈ, ਕਿਹੜੀ ਬਿਹਤਰ ਰਹਿੰਦੀ ਹੈ? ਇਹ ਬਿਹਤਰ ਇਹੋ ਹੀ ਹੈ ਲੈਂਟਰ ਵਾਲੀ। ਅੱਛਾ, ਕਿਸ ਲਿਹਾਜ਼ ਨਾਲ? ਇਹਦੇ ਨਾਲ ਕੋਈ ਚੋਆ ਛੋਆ ਨਹੀਂ ਪੈਂਦਾ ਜੀ ਜੀ। ਤੇ ਅੱਗੋਂ ਮੌਸਮ ਬਰਸਾਤ ਆ ਰਿਹਾ ਤੇ ਕੋਈ ਟੈਨਸ਼ਨ ਫਰੀ ਹੈ ਉਹਦੇ ਤੇ। ਇਹ ਵੇ ਕਿ ਸਾਲ ਬਾਅਦ ਕਿਤੇ ਕੋਈ ਨਾ ਕੋਈ ਨਿਕਲ ਆਉਂਦਾ ਹੈ। ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਇਹ ਤੁਹਾਡੀ ਜਿਹੜੀ ਛੱਤ ਪੱਕੀ ਇਹਦੇ ਵਿੱਚ ਕੋਈ ਗਰਮੀ ਦਾ ਜਾਨਵਰਾਂ ਨੂੰ ਜ਼ਿਆਦਾ ਤੇ ਨਹੀਂ ਮਹਿਸੂਸ ਹੁੰਦੀ? ਨਹੀਂ, ਇਸੇ ਵਾਸਤੇ ਹਾਂ ਪੱਖੇ ਲਾਏ ਨੇ। ਜੀ ਜੀ। ਤੇ ਕੋਈ ਗਰਮੀ ਦਾ ਨਹੀਂ, ਇਹ ਰੋਸ਼ਨਦਾਰ ਰੱਖੇ ਨੇ ਬਿਹਤਰੀਨ। ਅੱਛਾ ਸਰ, ਹੁਣ ਤੁਸੀਂ ਥੋੜੀ ਦੱਸਿਓ ਉਹਨਾਂ ਦੀ ਡੇਲੀ ਦੀ ਰੂਟੀਨ, ਸਵੇਰ ਕੀ ਖਵਾਉਂਦੇ ਹੋ, ਦੁਪਹਿਰੀ ਸ਼ਾਮੀ, ਤੇ ਸਵੇਰ ਚੁਆਈ ਕਿਸ ਟਾਈਮ ਕਰਦੇ ਹੋ, ਸਾਰੀ ਰੂਟੀਨ ਦਿਨ ਦੀ ਦੱਸ ਦਿਓ। ਅਸੀਂ ਤਕਰੀਬਨ 5 ਵਜੇ ਇਹਨਾਂ ਦੀ ਚੁਆਈ ਸ਼ੁਰੂ ਕਰ ਦਿੰਦੇ ਹਾਂ। ਅੱਛਾ। ਤੇ ਸਵੇਰ ਗਤਾਵਾ ਕਰੀਦਾ, ਫਿਰ ਇਹਨਾਂ ਨੂੰ ਪਾਣੀ ਸ਼ਾਣੀ ਡਾਹ ਕੇ ਤੇ ਨਵਾ ਕੇ ਬੰਨ੍ਹ ਕੇ ਤੇ ਫਿਰ ਅੱਜ ਕੱਲ੍ਹ ਤਾਂ ਗਤਾਵਾ ਹੀ ਹੈ। ਹੁਣ ਪੱਠਿਆਂ ਦਾ ਸੀਜ਼ਨ ਸ਼ੁਰੂ ਹੋ ਜਾਣਾ, ਫਿਰ ਪੱਠੇ ਪਾ ਕੇ ਤੇ ਫਿਰ ਤਕਰੀਬਨ 4:15 ਵਜੇ ਦੁਬਾਰਾ ਚੁਆਈ ਸ਼ੁਰੂ ਕਰਦੇ। ਜ਼ਬਰਦਸਤ। ਤੁਸੀਂ ਇਹਨਾਂ ਨੂੰ ਚਰਾਉਂਦੇ ਤੇ ਨਹੀਂ? ਨਹੀਂ। ਅੱਛਾ, ਬਸ ਇੱਥੇ ਆਪਣੇ ਡੇਰੇ ਤੇ ਰੱਖੀਆਂ ਨੇ। ਜ਼ਬਰਦਸਤ। ਅੱਛਾ, ਅੱਜ ਕੱਲ੍ਹ ਜਿਹੜਾ ਮੌਸਮ ਗਰਮੀ ਦਾ ਜਾ ਰਿਹਾ, ਤੁਸੀਂ ਇਹਨਾਂ ਨੂੰ ਤੂੜੀ ਵੰਡਾ ਵਗੈਰਾ ਹੀ ਦੇ ਰਹੇ ਹੋ? ਹਾਂਜੀ। ਸਬਜ਼ ਚਾਰਾ ਨਹੀਂ ਦੇ ਰਹੇ? ਸਬਜ਼ ਚਾਰਾ ਬਾਰਿਸ਼ਾਂ ਦੀ ਕਮੀ ਦੀ ਵਜ੍ਹਾ ਤੋਂ ਨਹੀਂ ਦੇ ਰਹੇ। ਅੱਛਾ ਸਰ, ਇਹ ਦੱਸੋ ਕਿ ਇਹਨਾਂ ਨੂੰ ਤੂੜੀ ਦੇ ਵਗੈਰਾ ਇਲਾਵਾ ਕੋਈ ਵੰਡਾ ਵੀ ਦਿੰਦੇ ਹੋ? ਹਾਂਜੀ। ਵੰਡਾ ਕਿੰਨਾ ਦਿੰਦੇ ਹੋ? ਵੰਡਾ ਤਕਰੀਬਨ ਜਿਹੜੀਆਂ ਜ਼ਿਆਦਾ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਪਾਈਦਾ, ਤੇ ਬਾਕੀ ਜਿਹੜੀਆਂ ਥੋੜ੍ਹਾ ਦਿੰਦੀਆਂ ਨੇ ਉਹਨਾਂ ਨੂੰ ਥੋੜ੍ਹਾ ਪਾਈਦਾ। ਉਹਦੇ ਵਿੱਚ ਖਾਲੇ, ਚੋਖਰ ਜੀ, ਬੜੇਵਿਆਂ ਦੀ ਖਾਲੇ, ਸੂੜੀ ਹੈ, ਤਰਾ ਉਹ ਮਿਕਸ ਕਰਕੇ ਪੇ ਕੇ ਪੌੜੀ ਖਾਲੇ ਉਹ ਪਾ ਦੇ। ਅੱਛਾ ਸਰ, ਇਹ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਜਾਨਵਰ ਜ਼ਿਆਦਾ ਦੁੱਧ ਦਿੰਦੇ ਨੇ ਉਹਨਾਂ ਨੂੰ ਤੁਸੀਂ ਜ਼ਿਆਦਾ ਵੰਡਾ ਪਾਉਂਦੇ ਹੋ, ਜਿਹੜੇ ਘੱਟ ਦਿੰਦੇ ਨੇ ਉਹਨਾਂ ਨੂੰ ਘੱਟ। ਇਹ ਥੋੜਾ ਦੱਸਿਓ ਕਿ ਅਗਰ ਇੱਕ ਜਾਨਵਰ 10 ਕਿਲੋ ਦੁੱਧ ਦਿੰਦਾ ਤਾਂ ਉਹਨੂੰ ਕਿੰਨਾ ਤੁਸੀਂ ਵੰਡਾ ਪਾਉਂਦੇ ਹੋ? ਉਹਨੂੰ ਤਕਰੀਬਨ ਟਾਈਮ ਦਾ 5 ਤੋਂ 6 ਕਿਲੋ ਵੰਡਾ ਚਾਹੀਦਾ। ਇੱਕ ਟਾਈਮ ਦਾ? ਤੇ 2 ਟਾਈਮ ਡੇਲੀ ਦੇਣਾ ਹੁੰਦਾ? 10 ਕਿਲੋ। ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਇਹ ਜਿਹੜੇ ਜਾਨਵਰ ਨੇ ਅਗਰ ਸਿਰਫ ਇਹਨਾਂ ਨੂੰ ਤੂੜੀ ਤੇ ਹੀ ਰੱਖਿਆ ਜਾਏ, ਕਿ ਸਿਰਫ ਤੂੜੀ ਖਵਾਲੀ ਜਾਏ, ਸਬਜ਼ ਚਾਰਾ ਨਾ ਦਿੱਤਾ ਜਾਏ, ਤੇ ਇਹਨਾਂ ਦੀ ਸਿਹਤ ਵਾਸਤੇ ਠੀਕ ਹੈ? ਨਹੀਂ, ਤੂੜੀ ਜਿਹੜੀ ਬੇਸਿਕਲੀ ਹੈ ਤੇ ਗਰਮ ਚੀਜ਼ ਹੈ, ਤੇ ਸਬਜ਼ ਚਾਰਾ ਬਾਰਿਸ਼ਾਂ ਦੀ ਕਮੀ ਦੀ ਵਜ੍ਹਾ ਤੋਂ ਨਹੀਂ ਅੱਗੇ ਪਾਇਆ, ਤੇ ਹੁਣ ਅਸੀਂ ਪਾਵਾਂਗੇ। ਤੇ ਇਹ ਡੇਲੀ ਦਾ ਇੱਕ ਜਾਨਵਰ ਕਿੰਨੀ ਤੂੜੀ ਖਾਈ ਜਾਂਦਾ 2 ਟਾਈਮ ਦੀ? ਇਹ ਇੱਕ 10-15 ਕਿਲੋ ਦਾ ਗਤਾਵਾ ਅੱਛਾ ਕੀਤਾ ਹੋਏ ਤਾਂ ਬਹੁਤ। ਇੱਕ ਟਾਈਮ ਦਾ? ਇੱਕ ਟਾਈਮ ਦਾ। ਅੱਛਾ ਸਰ, ਇਹ ਦੱਸਿਓ, ਮਾਸ਼ਾਅੱਲਾ ਕਾਫੀ ਅੱਛੀ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ ਪਏ ਕਿ ਤੁਹਾਡੇ ਆ ਜਿਹੜੇ ਜਾਨਵਰ ਨੇ, ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆਈ ਜਾਂਦਾ ਇਹਨਾਂ ਦੇ ਵੰਡੇ ਤੇ ਤੂੜੀ ਤੇ? ਇਹ ਤਕਰੀਬਨ ਤੁਸੀਂ ਟੋਟਲੀ ਜਿਹੜਾ ਨਾ ਸਾਡਾ ਕੁਝ 5000 ਰੁਪਇਆ ਖਰਚਾ ਆ ਰਿਹਾ ਹੈ। ਇਹ 15-16 ਜਾਨਵਰਾਂ ਤੇ? ਹਾਂਜੀ। ਠੀਕ ਹੈ। ਇਹਨਾਂ ਦਾ 2 ਟਾਈਮਾਂ ਦਾ ਜਿਹੜਾ ਖਰਚਾ ਨਾ 5000 ਰੁਪਏ। ਅੱਛਾ। ਤੂੜੀ, ਵੰਡਾ, ਚੋਖਰ ਸਭ ਕੁਝ ਪਾ ਕੇ ਅਲਹਮਦੁਲਿਲਾ ਠੀਕ ਹੈ, ਆਪਣਾ ਪੂਰਾ ਕਰ ਦਈਏ। ਜ਼ਬਰਦਸਤ। ਅੱਛਾ ਸਰ, ਇਹ ਦੱਸਿਓ ਕਿ ਤੁਸੀਂ ਇਹਨਾਂ ਵਾਸਤੇ ਉੱਤੇ ਕਿੰਨੇ ਬੰਦੇ ਰੱਖੇ ਨੇ, ਲੇਬਰ ਕਿੰਨੀ ਹੈ? ਸਾਡੀ ਲੇਬਰ ਹੈ, ਮੈਂ ਖੁਦ ਵੀ ਕਰਨਾ ਤੇ 2 ਭਾਈ ਵੀ ਹੈ ਤੇ ਇੱਕ ਹੋਰ ਬੰਦਾ ਰੱਖਿਆ ਦਾ। 4 ਬੰਦੇ ਨੇ? 4 ਬੰਦੇ ਆ। ਜ਼ਬਰਦਸਤ। ਸਰ, ਇਹ ਦੱਸੋ ਕਿ ਇਹ ਜਿਹੜੇ ਤੁਸੀਂ ਆਪੀ ਨਾਲ ਹੋ, ਇਹਦਾ ਕੋਈ ਫਾਇਦਾ ਹੁੰਦਾ ਹੈ? ਅਗਰ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਦਾ ਹੈ, ਬਾਜ਼ ਹੁੰਦੇ ਨੇ ਕਿ ਮੁਲਾਜ਼ਮ ਰੱਖ ਲੈਂਦੇ ਨੇ, ਆਪੀ ਟਾਈਮ ਨਹੀਂ ਦਿੰਦੇ। ਟਾਈਮ ਤੋਂ ਬਗੈਰ ਕੋਈ ਵੀ ਕੰਮ ਹੈ ਉਹ ਨਹੀਂ ਹੁੰਦਾ। ਤੁਸੀਂ ਅਗਰ ਟਾਈਮ ਪ੍ਰਾਪਰ ਦਿਓਗੇ ਤਾਂ ਤੁਹਾਨੂੰ ਪਤਾ ਹੋਏਗਾ ਤੁਹਾਡਾ ਮਾਲਦਾਰੀ ਕਿ ਡੰਗਰ ਦਾ ਕੀ ਮਸਲਾ ਹੈ, ਉਹ ਪੱਠੇ ਖਾ ਰਿਹਾ ਨਹੀਂ ਖਾ ਰਿਹਾ। ਜੀ ਜੀ। ਲਿਹਾਜ਼ਾ ਤੁਸੀਂ ਅਗਰ ਖੁਦ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਹਰ ਚੀਜ਼ ਦਾ ਤੁਹਾਡੇ ਸਾਹਮਣੇ ਵਿੱਚ ਸਾਰਾ ਕੁਝ ਮੁਲਾਜ਼ਮਾਂ ਤੇ ਸੁੱਟ ਕੇ ਨਹੀਂ ਹੁੰਦਾ। ਜ਼ਬਰਦਸਤ। ਅੱਛਾ ਸਰ, ਇਹ ਦੱਸਿਓ ਕਿ ਮੱਝਾਂ ਨੂੰ ਕੋਈ ਬਿਮਾਰੀਆਂ ਵਗੈਰਾ ਵੀ ਲੱਗਦੀਆਂ ਨੇ? ਹਾਂਜੀ, ਗਰਮੀਆਂ ਦੇ ਵਿੱਚ ਕਾਫੀ ਬਿਮਾਰੀਆਂ, ਗਰਮੀ ਵੀ ਹੋ ਜਾਂਦੀ ਹੈ। ਅੱਛਾ। ਇਹਨਾਂ ਦੇ ਪਾਣੀ ਛਾਣੀ ਦਾ ਖਿਆਲ ਰੱਖਣਾ, ਫਿਰ ਤੇਲ ਦੇਣਾ। ਜੀ। ਕਾਫੀ ਬਿਮਾਰੀਆਂ ਨੇ, ਲੇਕਿਨ ਉਹਨਾਂ ਦਾ ਨਾਲ ਡਾਕਟਰ ਨੂੰ ਵਿਜ਼ਿਟ ਕਰਾਈਦਾ। ਅੱਛਾ। ਹਾਂ। ਡਾਕਟਰ ਕਿੰਨੇ ਦਿਨ ਬਾਅਦ ਵਿਜ਼ਿਟ ਕਰਦਾ ਹੈ? ਡਾਕਟਰ ਨੂੰ ਨਾਰਮਲ ਅਗਰ ਕੋਈ ਪ੍ਰੋਬਲਮ ਹੋਏ ਤਾਂ ਉਸੇ ਐਮਰਜੈਂਸੀ ਆ ਜਾਂਦਾ, ਤੇ ਅਗਰ ਨਾਰਮਲ ਕੋਈ 15-20 ਦਿਨਾਂ ਬਾਅਦ ਉਹ ਵਿਜ਼ਿਟ ਕਰ ਜਾਂਦਾ ਰੂਟੀਨ 'ਚ। ਅੱਛਾ ਸਰ, ਗਰਮੀ ਦਾ ਇਲਾਜ ਕੀ ਕਰਦੇ ਹੋ? ਕੋਈ ਦੇਸੀ ਇਲਾਜ ਕਰਦੇ ਹੋ ਉਹਦਾ? ਗਰਮੀ ਦਾ ਇਲਾਜ ਇਹ ਵੀ ਤੇਲ ਛਿੱਲ ਦਈਦਾ। ਅੱਛਾ। ਤੇ ਇਹਨਾਂ ਨੂੰ ਠੰਡੀ ਜਗ੍ਹਾ ਹੀ ਬੰਨੋ। ਤੇ ਤੇਲ ਸਰ ਕਿੰਨਾ ਕੁ ਦਿੰਦੇ ਹੋ?
ਤੇਲ ਇਹਨਾਂ ਨੂੰ ਤਕਰੀਬਨ ਕੋਈ ਹਫਤੇ ਦੇ ਵਿੱਚ ਕੋਈ ਦੇਈਦਾ 10 ਕਿਲੋ 15 ਕਿਲੋ ਦੇ ਛੱਡੀਦਾ। ਅੱਛਾ, ਖਾਲੀ ਤੇਲ ਜਾਂ ਕੋਈ ਮਿਰਚਾਂ ਮੁਰਚਾਂ ਵੀ ਨਾਲ? ਹਾਂ, ਉਹ ਵੀ ਮਿਕਸ ਕਰਕੇ ਸਮ ਟਾਈਮ ਉਹ ਕਰ ਦਈਦਾ ਤੇ ਦੂਸਰਾ ਸਮ ਟਾਈਮ ਇੰਝ ਹੀ ਦੇ ਦਈਦਾ। ਅੱਛਾ ਸਰ, ਇਹ ਤੇ ਹੋ ਗਿਆ ਗਰਮੀ ਦਾ ਇਲਾਜ। ਬਾਅਦ ਔਕਾਤ ਪਿੱਛੇ ਦਾ ਮਸਲਾ ਹੀ ਆਉਂਦਾ, ਥਣਾ ਦਾ ਮਸਲਾ ਹੁੰਦਾ ਹੈ, ਥੋੜਾ ਜਿਹਾ ਉਹਨਾਂ ਦਾ ਵੀ ਦੇਸੀ ਇਲਾਜ ਦੱਸੋ ਤਾਂ ਕਿ ਲੋਕਾਂ ਦਾ ਫਾਇਦਾ ਹੋਈਏ। ਥਣਾ ਦਾ ਨਾਰਮਲ ਇਹੋ ਹੀ ਹੈ ਵੇ ਕਿ ਤੁਸੀਂ ਜਦ ਸਾਡਾ ਤੇ ਕੋਈ ਪ੍ਰੋਬਲਮ ਹੁੰਦਾ ਤੇ ਉਹ ਟੀਕੇ ਛਿਕੇ ਲੈ ਆਈਦੇ ਨੇ। ਅੱਛਾ, ਤੇ ਡਾਕਟਰ ਨੂੰ ਵੀ ਵਿਖਾ ਲਈਦਾ ਤੇ ਅਮੂਮਨ ਅਸੀਂ ਦਾਦੜ ਮਿਰਚਾਂ ਦੇ ਉੱਤੇ ਤੇਲ ਦੇਈਦਾ। ਅੱਛਾ, ਉਹ ਸਰ ਕਿੰਨੀ ਮਿਕਦਾਰ 'ਚ ਦਿੰਦੇ ਹੋ? ਥੋੜਾ ਤਰੀਕਾ ਦੱਸ ਦਿਓ। ਉਹ ਪਾ ਮਿਰਚਾਂ ਤੇ ਕੋਈ ਕਿਲੋ ਤੇਲ ਮਿਕਸ ਕਰਕੇ ਨਾ ਕਿਲੋ 2 ਤੇ ਉਹ ਨਾਰਮਲ 2-3 ਨਾਲਾਂ ਡੰਗਰ ਨੂੰ ਦੇਈਦਾ ਇੱਕ ਜਾਨਵਰ ਨੂੰ। ਹਾਂਜੀ। ਕਿੰਨੇ ਦਿਨ? ਉਹ ਤੁਸੀਂ ਦੇਖ ਲਓ 2 ਦਿਨ ਦੇ ਦਿਓ ਅੱਛਾ, ਤੇ ਉਹ ਤਕਰੀਬਨ ਤੁਹਾਡੇ ਸੋਜ ਲੈ ਜਾਂਦੀ ਹੈ ਠੀਕ ਹੈ। ਤੇ ਖਾਣ ਕੰਮ ਕਰਨ ਲੱਗ ਪੈਂਦਾ। ਅਗਰ ਕੋਈ ਪ੍ਰੋਬਲਮ ਹੋਏ, ਅਗਰ ਮਜ਼ੀਦ ਹੋਏ ਤਾਂ ਡਾਕਟਰ ਨਾਲ ਵਿਜ਼ਿਟ ਉਹਨੂੰ ਚੈੱਕ ਕਰਾ ਲਓ। ਅੱਜ ਕੱਲ੍ਹ ਬੜੇ ਅੱਛੇ ਟੀਕੇ ਆ ਗਏ ਨੇ, ਜ਼ਬਰਦਸਤ। ਅੱਛਾ ਸਰ, ਹੁਣ ਇੱਕ ਇਹ ਸਵਾਲ ਰਹਿ ਗਿਆ ਕਿ ਤੁਹਾਡਾ ਰੋਜ਼ਾਨਾ ਦਾ ਤਕਰੀਬਨ 4-5 ਹਜ਼ਾਰ ਹੈ, 15-16 ਜਾਨਵਰਾਂ ਤੇ ਖਰਚਾ ਹੁੰਦਾ ਹੈ। ਮਾਸ਼ਾਅੱਲਾ ਤੁਸੀਂ ਆਪ ਹੀ 2 ਤੁਹਾਡੇ ਭਾਈ ਨੇ, ਇੱਕ ਤੁਹਾਡਾ ਮੁਲਾਜ਼ਮ ਹੈ, 4 ਬੰਦੇ ਹੋ ਤੁਸੀਂ। ਤੁਹਾਨੂੰ ਸਾਰਾ ਖਰਚਾ ਕੱਢ ਕੇ ਆਪਣੀ ਤੁਹਾਡੀ ਜਿਹੜੀ ਹੈ ਜੋ ਵੀ ਤੁਸੀਂ ਆਪਣੀ ਕੋਈ ਹਿਸਾਬ ਲਾਇਆ ਹੋਣਾ ਸੈਲਰੀ ਦਾ, ਭਾਈ ਹਰੀ ਜਿਹੜੇ ਨੇ ਤੁਹਾਡੇ 2 ਉਹਨਾਂ ਦਾ ਵੀ, ਤੁਹਾਨੂੰ ਕਿੰਨੀ ਕੁ ਬੱਚਤ ਹੋਈ ਜਾਂਦੀ? ਮੋਟਾ ਹਿਸਾਬ ਦੱਸ ਦਿਓ। ਬੱਚਤ ਦਾ ਤੇ ਇਹੋ ਹੀ ਕਦੇ ਅੱਛੀ ਵੀ ਚੱਲਦਾ ਪਿਆ ਅੱਲਾ ਸਿਲਸਿਲਾ ਠੀਕ ਹੈ। ਕਦੇ ਮੱਝ ਨਵੀਂ ਲੈਣੀ ਪੈ ਜਾਂਦੀ ਹੈ, ਕਦੇ ਕੁਝ ਬਿਹਤਰੀਨ। ਉਹ ਜਿਹੜੀ ਮੱਝ ਨਵੀਂ ਲੈਂਦੇ ਹੋ ਇਹਨਾਂ ਦੀ ਬੱਚਤ ਵੀ ਲੈ ਲੈਂਦੇ ਹੋ? ਹਾਂਜੀ, ਇਹਨਾਂ ਡੇਲੀ ਦਾ ਕੋਈ 3-4 ਹਜ਼ਾਰ ਬਚ ਜਾਂਦਾ ਕਿ ਘੱਟ ਬਚਦਾ ਹੈ? ਨਹੀਂ, ਇੰਨਾ ਬਚ ਜਾਂਦਾ ਮਾਸ਼ਾਅੱਲਾ। ਇਹਦਾ ਮਤਲਬ ਹੈ ਕਿ ਜਦੋਂ ਜਾਨਵਰ ਜ਼ਿਆਦਾ ਦੁੱਧ ਦਿੰਦੇ ਨੇ ਉਦੋਂ ਜ਼ਿਆਦਾ ਬਚਦਾ ਹੈ। ਬਾਅਦ ਔਕਾਤ ਹੁੰਦਾ ਹੈ ਕਿ ਜਾਨਵਰ ਦੁੱਧ ਘੱਟ ਦਿੰਦੇ ਨੇ ਉਦੋਂ ਬੱਚਤ ਘੱਟ ਹੁੰਦੀ ਹੈ। ਅੱਛਾ ਸਰ, ਤੁਸੀਂ ਆਪਣੇ ਤਜਰਬੇ ਦੀ ਬੁਨਿਆਦ ਤੇ ਦੱਸੋ ਕਿ ਅਗਰ ਕੋਈ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ, ਤੁਹਾਡਾ ਕੀ ਮਸ਼ਵਰਾ, ਉਹਨੂੰ ਕਿਹੜੀਆਂ ਗੱਲਾਂ ਨੂੰ ਜਿਹੜਾ ਨਾ ਮੱਦੇ ਨਜ਼ਰ ਰੱਖਣਾ ਚਾਹੀਦਾ ਹੈ? ਉਹ ਪ੍ਰੋਪਰ ਪਹਿਲਾਂ ਇੱਕ ਡੇਰਾ ਬਣਾਏ ਜੀ, ਤੇ ਅਗਰ ਉਹਨੂੰ ਖੁਦ ਇੰਟਰਸਟਡ ਹੈ ਤੇ ਕੰਮ ਕਰੇ ਜੀ। ਟੋਟਲ ਅਗਰ ਉਹ ਆਪ ਹੀ ਨਹੀਂ ਕਰ ਸਕਦਾ ਤੇ ਉਹ ਨਾ ਕਰੇ। ਠੀਕ ਹੈ, ਵੇ ਇਹੀ ਤਜਵੀਜ਼ ਹੈ ਜੀ ਕਿ ਅਗਰ ਟੋਟਲ ਮੁਲਾਜ਼ਮਾਂ ਦੇ ਸੁੱਟਣਾ ਤੇ ਫੇਰ ਇਹ ਕੰਮ ਤੁਸੀਂ ਪਾਇਆ ਤਕਮੀਲ ਤੱਕ ਨਹੀਂ ਪਹੁੰਚਾ ਸਕਦੇ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਤੇ ਕੀਮਤੀ ਮਾਲੂਮਾਤ ਦਿੱਤੀਆਂ। ਇੱਕ ਦਫਾ ਤੁਹਾਡਾ ਫੇਰ ਸ਼ੁਕਰੀਆ। ਅੱਲਾ ਹਾਫਿਜ਼।